ਸਤਿ ਸ਼੍ਰੀ ਅਕਾਲ ਜੀ। ਮੇਰਾ ਵਿਆਹ 4 ਮੁੰਡਿਆਂ ਨਾਲ ਹੋ ਗਿਆ। ਚਾਰੇ ਸਰੀਰ ਵਿੱਚ ਹੱਟੇ ਗੱਟੇ ਤੇ ਮੈਂ ਬਿਲਕੁਲ ਦੁਬਲੀ ਪਤਲੀ ਉਹਨਾਂ ਸਭ ਨੂੰ ਕਿਵੇਂ ਸਹਿੰਦੀ। ਜਿਵੇਂ ਹੀ ਸੁਹਾਗ ਰਾਤ ਦਾ ਸਮਾਂ ਆਇਆ, ਉਹ 4 ਲੋਕ ਪਹਿਲਾਂ ਵਾਰੀ-ਵਾਰੀ ਮੇਰੇ ਨਾਲ ਸੁਹਾਗ ਰਾਤ ਮਨਾਉਣ ਲੱਗੇ ਤੇ ਫਿਰ ਉਹ 4 ਇਕੱਠੇ ਮਿਲ ਕੇ। ਉਸ ਦੇ ਬਾਅਦ ਮੇਰੇ ਨਾਲ ਜੋ ਹੋਇਆ, ਉਸ ਨਾਲ ਤਾਂ ਮੈਂ ਦਰਦ ਨਾਲ ਕਰਾ ਉੱਠੀ। ਦਰਅਸਲ ਮੈਂ ਇੱਦਾਂ ਦੇ ਖਾਨਦਾਨ ਵਿੱਚ ਪੈਦਾ ਹੋਈ ਸੀ ਜਿੱਥੇ ਸਾਰੇ ਭਰਾਵਾਂ ਦੀ ਦੁਲਹਨ ਇੱਕ ਹੀ ਕੁੜੀ ਬਣਦੀ ਸੀ। ਮੇਰੀ ਮਾਂ ਵੀ ਮੇਰੇ ਪਾਪਾ ਤੇ ਤਾਇਆ ਜੀ ਤੇ ਚਾਚਾ ਜੀ ਦੀ ਇੱਕ ਹੀ ਪਤਨੀ ਸੀ। ਮੈਂ 15 ਸਾਲ ਦੀ ਸੀ ਤੇ ਮੇਰੇ ਤੋਂ ਵੱਡੇ ਮੇਰੇ 4 ਭਰਾ ਸੀ। ਘਰ ਵਿੱਚ ਵਿਆਹ ਦਾ ਮਾਹੌਲ ਸੀ ਕਿਉਂਕਿ ਮੇਰੇ 4 ਭਰਾਵਾਂ ਦਾ ਵਿਆਹ ਸੀ। ਭਾਬੀ ਸਿਰਫ ਇੱਕ ਹੀ ਸੀ। ਉਸ ਸਮੇਂ ਮੈਨੂੰ ਇਸ ਬਾਰੇ ਵਿੱਚ ਕੁਝ ਖਬਰ ਨਹੀਂ ਸੀ। ਮੈਂ ਬਿਲਕੁਲ ਅਣਜਾਣ ਸੀ। ਮੈਨੂੰ ਨਹੀਂ ਪਤਾ ਸੀ ਕਿ ਇੱਦਾਂ ਦਾ ਵੀ ਕੋਈ ਰਿਵਾਜ ਹੁੰਦਾ ਹੈ। ਮੈਂ ਤਾਂ ਸਿਰਫ ਇਸ ਖੁਸ਼ੀ ਵਿੱਚ ਘੁੰਮ ਰਹੀ ਸੀ ਕਿ ਘਰ ਵਿੱਚ 4 ਭਾਬੀਆਂ ਆਉਣਗੀਆਂ। ਪਰ ਭਰਾਵਾਂ ਦੇ ਵਿਆਹ ਤੋਂ ਬਾਅਦ ਜਦੋਂ ਦੁਲਹਨ ਦਾ ਗ੍ਰਹਿ ਪ੍ਰਵੇਸ਼ ਕੀਤਾ ਜਾ ਰਿਹਾ ਸੀ, ਚਾਰੋਂ ਦੁਲਹੇ ਭਰਾਵਾਂ ਦੇ ਨਾਲ ਸਿਰਫ ਇੱਕ ਹੀ ਦੁਲਹਨ ਸੀ। ਸਾਰੇ ਲੋਕ ਬਹੁਤ ਖੁਸ਼ ਸੀ। ਘਰ ਵਿੱਚ ਨੂੰਹ ਆ ਗਈ ਹੈ। ਪਰ ਮੈਂ ਸਿਰਫ ਇਸ ਸੋਚ ਵਿੱਚ ਸੀ ਕਿ ਆਖਿਰ ਮੇਰੀਆਂ ਬਾਕੀ 3 ਭਾਬੀਆਂ ਕਿੱਥੇ ਹਨ। ਖੈਰ, ਇਸ ਸਭ ਨੂੰ ਭੁੱਲ ਗਈ ਤੇ ਨੱਚਣ ਵਿੱਚ ਲੱਗ ਗਈ। ਕੁਝ ਦਿਨ ਇੱਦਾਂ ਹੀ ਨਿਕਲ ਗਏ। ਰੋਜ਼ ਦੇਖਦੀ ਕਿ ਮੇਰੀ ਭਾਬੀ ਦੇ ਕੋਲ ਸਾਰੇ ਭਰਾ ਜਾਂਦੇ ਸਨ। ਪੜ੍ਹਾਈ ਲਿਖਾਈ ਉਸ ਸਮੇਂ ਹੁੰਦੀ ਨਹੀਂ ਸੀ। ਜੇ ਥੋੜ੍ਹੀ ਬਹੁਤ ਹੁੰਦੀ ਤਾਂ ਸਿਰਫ ਮੁੰਡਿਆਂ ਦੇ ਲਈ, ਕੁੜੀਆਂ ਨੂੰ ਪੜ੍ਹਾਈ ਨਹੀਂ ਕਰਨ ਦਿੱਤੀ ਜਾਂਦੀ ਸੀ। ਕੁਝ ਦਿਨ ਬਾਅਦ ਮੇਰੀ ਸਹੇਲੀ ਦੀ ਭੈਣ ਦਾ ਵਿਆਹ ਸੀ। ਉਸ ਦੇ ਪਿਤਾ ਜੀ ਤੇ ਮੇਰੇ ਪਿਤਾ ਜੀ ਚੰਗੇ ਦੋਸਤ ਸੀ, ਇਸ ਲਈ ਉਹਨਾਂ ਦੇ ਵਿਆਹ ਵਿੱਚ ਸਾਡੇ ਪੂਰੇ ਪਰਿਵਾਰ ਨੂੰ ਬੁਲਾਇਆ ਗਿਆ। ਸਾਰੇ ਲੋਕਾਂ ਦੇ ਨਾਲ ਮੈਂ ਵੀ ਉੱਥੇ ਗਈ। ਜਦੋਂ ਉਹਨਾਂ ਦੇ ਉੱਥੇ ਬਰਾਤ ਆਈ ਤਾਂ 3 ਦੁਲਹੇ ਸੀ। ਮੈਂ ਸੋਚਣ ਲੱਗੀ ਕਿ ਉਹਨਾਂ ਦੇ ਇੱਥੇ ਤਾਂ ਸਿਰਫ ਇੱਕ ਹੀ ਕੁੜੀ ਦਾ ਵਿਆਹ ਹੈ, ਤਾਂ ਫਿਰ ਦੁਲਹੇ 3 ਕਿਵੇਂ ਹਨ। ਖੈਰ, ਉਸ ਦੇ ਵਿਆਹ ਤੋਂ ਬਾਅਦ ਮੈਂ ਘਰ ਆਈ। ਜਦੋਂ ਮਾਂ ਨੂੰ ਸਾਰਾ ਕੰਮ ਕਰਕੇ ਖਾਲੀ ਬੈਠੇ ਦੇਖਿਆ ਤਾਂ ਮੈਂ ਮਾਂ ਨੂੰ ਪੁੱਛ ਲਿਆ ਕਿ ਆਖਿਰ ਇਹ ਹੈ ਕਿ ਇੱਕ ਕੁੜੀ ਦੇ ਇੰਨੇ ਸਾਰੇ ਦੁਲਹੇ ਕਿਵੇਂ ਹੋ ਸਕਦੇ ਹਨ। ਉਦੋਂ ਮੇਰੀ ਮਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਧੀਏ, ਸਾਡੇ ਸਮਾਜ ਵਿੱਚ ਇਹ ਰਿਵਾਜ ਹੈ ਜਿਸ ਵਿੱਚ ਜਿੱਥੇ ਕੁੜੀ ਦਾ ਰਿਸ਼ਤਾ ਤੈਅ ਕੀਤਾ ਜਾਂਦਾ ਹੈ, ਉਹ ਜਿੰਨੇ ਵੀ ਭਰਾ ਹੁੰਦੇ ਹਨ ਉਸ ਦਾ ਉਹਨਾਂ ਸਭ ਨਾਲ ਵਿਆਹ ਹੁੰਦਾ ਹੈ। ਮੈਂ ਮਾਂ ਨੂੰ ਪੁੱਛਿਆ ਕਿ ਇੰਨੇ ਸਾਰੇ ਮੁੰਡਿਆਂ ਨੂੰ ਇੱਕ ਇਕੱਲੀ ਔਰਤ ਕਿਵੇਂ ਸੰਭਾਲ ਪਾਉਂਦੀ ਹੈ। ਉਸ ਸਮੇਂ ਮਾਂ ਨੇ ਕਿਹਾ ਕਿ ਪੁੱਤ, ਹੁਣ ਜਿਵੇਂ ਵੀ ਹੋਵੇ ਇਹ ਸਭ ਤਾਂ ਕਰਨਾ ਹੀ ਪੈਂਦਾ ਹੈ। ਹੁਣ ਇਹ ਕੁੜੀ ਦੀ ਕਿਸਮਤ ਦੱਸ ਸਕਦੀ ਹੈ ਕਿ ਉਸ ਦਾ ਕਿੰਨੇ ਮੁੰਡਿਆਂ ਨਾਲ ਵਿਆਹ ਹੋ ਸਕਦਾ ਹੈ। ਮੇਰੇ ਜ਼ਿਆਦਾ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਮੈਂ ਉੱਥੋਂ ਉੱਠ ਕੇ ਚਲੀ ਗਈ। ਕੁਝ ਸਾਲਾਂ ਬਾਅਦ ਜਦੋਂ ਮੈਂ 18 ਸਾਲ ਦੀ ਹੋਈ ਤਾਂ ਮੇਰੇ ਘਰ ਵਿੱਚ ਮੇਰੇ ਵਿਆਹ ਦੀ ਗੱਲ ਚੱਲਣ ਲੱਗੀ। ਭਰਾ ਤੇ ਪਾਪਾ ਨੇ ਮੇਰੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ। ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਵਿਆਹ ਕਰਵਾਉਣ ਦੇ ਲਈ, ਕਿਉਂਕਿ ਮੇਰਾ ਦਿਲ ਇਸ ਲਈ ਘਬਰਾ ਰਿਹਾ ਸੀ ਕਿ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਮੇਰਾ ਵਿਆਹ ਹੋਵੇਗਾ ਤੇ ਉਸ ਦੇ ਬਾਅਦ ਵਿੱਚ ਉਹਨਾਂ ਸਭ ਨੂੰ ਕਿਵੇਂ ਸੰਭਾਲਾਂਗੀ। ਪਰ ਮੇਰੀ ਕਿੱਥੇ ਚੱਲਣ ਵਾਲੀ ਸੀ। ਆਖਿਰ ਹੋਣਾ ਤਾਂ ਉਹੀ ਸੀ ਜੋ ਘਰ ਦੇ ਵੱਡੇ ਚਾਹੁੰਦੇ ਸੀ। ਪਰ ਦੂਜੇ ਦਿਨ ਮੈਂ ਆਪਣੀ ਮਾਂ ਦੇ ਨਾਲ ਬੈਠੀ ਸੀ। ਉਦੋਂ ਮੇਰਾ ਸਭ ਤੋਂ ਵੱਡਾ ਭਰਾ ਆਇਆ ਤੇ ਕਹਿਣ ਲੱਗਿਆ ਕਿ ਨੀਲਮ ਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਹੈ। ਬਹੁਤ ਚੰਗਾ ਖਾਨਦਾਨ ਹੈ, ਮੁੰਡੇ 4 ਭਰਾ ਹਨ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। 4 ਮੁੰਡਿਆਂ ਨੂੰ ਮੈਂ ਕਿਵੇਂ ਸੰਭਾਲ ਪਾਊਂਗੀ। ਬਸ ਇਹੀ ਸੋਚ ਮੈਨੂੰ ਖਾਈ ਜਾ ਰਹੀ ਸੀ। ਮੈਂ ਵਾਰ-ਵਾਰ ਇਸ ਸਮਾਜ ਦੇ ਇਸ ਗਲਤ ਰਿਵਾਜ ਬਾਰੇ ਸੋਚ ਰਹੀ ਸੀ। ਸਾਡੇ ਕੁੜੀਆਂ ਦਾ ਖਿਆਲ ਜਰਾ ਵੀ ਨਹੀਂ ਹੈ ਕਿਸੇ ਨੂੰ। ਮੈਂ ਕਈ ਯਤਨ ਕੀਤੇ ਕਿਸੇ ਵੀ ਤਰ੍ਹਾਂ ਨਾਲ ਇਹ ਵਿਆਹ ਨਾ ਹੋਵੇ, ਪਰ ਸ਼ਾਇਦ ਕਿਸਮਤ ਵਿੱਚ ਵੀ ਇਹੀ ਲਿਖਿਆ ਸੀ। ਮੈਂ ਆਪਣੀ ਮਾਂ ਤੇ ਭਾਬੀ ਨਾਲ ਇਸ ਬਾਰੇ ਗੱਲ ਕੀਤੀ, ਪਰ ਉਹਨਾਂ ਨੇ ਵੀ ਮੈਨੂੰ ਬੋਲ ਦਿੱਤਾ ਕਿ ਸਵੀਕਾਰ ਤਾਂ ਕਰਨਾ ਹੀ ਪਵੇਗਾ। ਮੇਰੀ ਮਾਂ ਕਹਿਣ ਲੱਗੀ ਕਿ ਮੈਂ ਤੇ ਤੇਰੀ ਭਾਬੀ ਵੀ ਤਾਂ ਇਹ ਸਭ ਸਹਿ ਰਹੇ ਹਾਂ। ਸ਼ੁਰੂ ਵਿੱਚ ਤੈਨੂੰ ਤਕਲੀਫ ਹੋਵੇਗੀ, ਪਰ ਬਾਅਦ ਵਿੱਚ ਤੂੰ ਆਪਣੇ ਆਪ ਸਹਿਣਾ ਸਿੱਖ ਜਾਵੇਂਗੀ। ਮੈਂ ਦੁਖੀ ਮਨ ਨਾਲ ਉੱਥੋਂ ਚਲੀ ਗਈ। ਹੁਣ ਜਿਵੇਂ ਵਿਆਹ ਦੇ ਦਿਨ ਨਜ਼ਦੀਕ ਆ ਰਹੇ ਸੀ, ਮੈਂ ਗਹਿਰੀ ਚਿੰਤਾ ਵਿੱਚ ਡੁੱਬਦੀ ਜਾ ਰਹੀ ਸੀ। ਆਖਿਰ ਉਹ ਦਿਨ ਵੀ ਆ ਹੀ ਗਿਆ, ਪਰ ਮੈਂ ਇਸ ਦਿਨ ਨੂੰ ਨਹੀਂ ਚਾਹੁੰਦੀ ਸੀ, ਕਿਉਂਕਿ ਮੈਂ ਸ਼ੁਰੂ ਤੋਂ ਹੀ ਕਿਸੇ ਇੱਕ ਦਾ ਸੁਪਨਾ ਵੇਖਿਆ ਸੀ, ਨਾ ਕਿ 4 ਦਾ। ਸਾਰੇ ਲੋਕ ਆਪਣੇ ਆਪਣੇ ਕੰਮਾਂ ਵਿੱਚ ਲੱਗ ਚੁੱਕੇ ਸੀ। ਕੋਈ ਤਿਆਰ ਹੋ ਰਿਹਾ ਸੀ ਤੇ ਕੋਈ ਬਰਾਤ ਦੇ ਸਵਾਗਤ ਦੀ ਤਿਆਰੀ ਵਿੱਚ ਸੀ। ਮੈਨੂੰ ਵੀ ਤਿਆਰ ਕੀਤਾ ਗਿਆ। ਰੰਗ ਗੋਰਾ ਹੋਣ ਦੀ ਵਜ੍ਹਾ ਨਾਲ ਮੈਂ ਬਹੁਤ ਸੋਹਣੀ ਸੀ।
ਦੁਲਹਨ ਦੇ ਜੋੜੇ ਵਿੱਚ ਵੀ ਬਹੁਤ ਸੁੰਦਰ ਦਿਖ ਰਹੀ ਸੀ, ਪਰ ਮੈਨੂੰ ਆਪਣੀ ਸੁੰਦਰਤਾ ਨਹੀਂ ਦਿਖ ਰਹੀ ਸੀ। ਮੈਨੂੰ ਸਿਰਫ ਇਹ ਚਿੰਤਾ ਸਤਾਈ ਜਾ ਰਹੀ ਸੀ ਕਿ ਆਖਿਰ ਕੀ ਹੋਵੇਗਾ। ਉਦੋਂ ਫਿਰ ਮੇਰੇ ਸੋਚ ਵਿੱਚ ਡੁੱਬੇ ਮਨ ਨੂੰ ਅਚਾਨਕ ਕੁਝ ਕੁੜੀਆਂ ਦੇ ਸ਼ੋਰ ਨੇ ਬਾਹਰ ਕੱਢ ਦਿੱਤਾ, ਜੋ ਕਹਿ ਰਹੀਆਂ ਸੀ ਕਿ ਬਰਾਤ ਆ ਗਈ ਹੈ। ਉਦੋਂ ਬੈਂਡ ਵਾਜਿਆਂ ਦੇ ਨਾਲ ਬਰਾਤ ਨੇ ਸਾਡੇ ਦਰਵਾਜ਼ੇ 'ਤੇ ਦਸਤਕ ਦਿੱਤੀ। ਉੱਥੇ 4 ਦੁਲਹੇ ਬੈਠੇ ਸੀ। ਮੇਰਾ ਦਿਲ ਧੜਕਣਾ ਬੰਦ ਹੋ ਚੁੱਕਿਆ ਸੀ, ਪਰ ਮੈਂ ਆਪਣੀ ਮਜਬੂਰੀ ਅੱਗੇ ਕੁਝ ਵੀ ਨਹੀਂ ਕਰ ਸਕਦੀ ਸੀ। ਉਦੋਂ ਉਹਨਾਂ 4 ਨੇ ਵਾਰੀ-ਵਾਰੀ ਮੇਰੀ ਮਾਂਗ ਵਿੱਚ ਸੰਧੂਰ ਭਰਿਆ ਤੇ ਇੱਕ ਵੱਡਾ ਜਿਹਾ ਮੰਗਲ ਸੂਤਰ ਇਕੱਠੇ ਹੀ ਮੇਰੇ ਗਲ ਵਿੱਚ ਪਾਇਆ। ਫੇਰਿਆਂ ਦੇ ਲਈ ਉਹਨਾਂ 4 ਨੇ ਨਾਲ ਮੇਰਾ ਪੱਲੂ ਬੰਨਿਆ ਤੇ ਫੇਰੇ ਕਰਵਾਏ। ਫਿਰ ਸਾਡਾ ਵਿਆਹ ਪੂਰਾ ਹੋ ਗਿਆ। ਮੈਨੂੰ ਆਪਣੇ ਕਮਰੇ ਵਿੱਚ ਲੈ ਜਾਇਆ ਗਿਆ, ਜਿੱਥੇ ਕੁਝ ਔਰਤਾਂ ਦੇ ਨਾਲ ਮੇਰੀ ਭਾਬੀ ਤੇ ਮਾਂ ਸੀ। ਉਹਨਾਂ ਨੇ ਮੈਨੂੰ ਕਿਹਾ, ਦੇਖ ਪੁੱਤ, ਹੁਣ ਤੇਰਾ ਉਹਨਾਂ 4 ਦੇ ਨਾਲ ਹੀ ਸੰਸਾਰ ਹੈ। ਤੂੰ ਕਦੇ ਵੀ ਉਹਨਾਂ ਲੋਕਾਂ ਨੂੰ ਨਿਰਾਸ਼ ਨਾ ਕਰਨਾ, ਨਾ ਹੀ ਕਦੇ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਰੱਖਣਾ। ਸਾਡੀ ਸਭ ਦੀ ਹਮੇਸ਼ਾ ਲਾਜ ਰੱਖਣਾ। ਉਹਨਾਂ ਦੀ ਇਹ ਗੱਲਾਂ ਮੈਨੂੰ ਅੰਦਰ ਤੋਂ ਕਮਜ਼ੋਰ ਕਰ ਰਹੀਆਂ ਸੀ। ਮੈਂ ਚਾਹ ਕੇ ਵੀ ਆਪਣੇ ਸਹੁਰੇ ਨਹੀਂ ਜਾਣਾ ਚਾਹੁੰਦੀ ਸੀ, ਪਰ ਮੈਂ ਇਸ ਪ੍ਰਕਾਰ ਦੀਆਂ ਜੰਜੀਰਾਂ ਵਿੱਚ ਇਸ ਕਦਰ ਜਕੜੀ ਹੋਈ ਸੀ ਕਿ ਚਾਹ ਕੇ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਕਰਵਾ ਸਕਦੀ ਸੀ। ਫਿਰ ਵਿਦਾਈ ਦਾ ਸਮਾਂ ਹੋ ਚੁੱਕਿਆ ਸੀ। ਸਾਰੇ ਲੋਕਾਂ ਨਾਲ ਮਿਲ ਕੇ ਮੈਂ ਆਪਣੇ ਸਹੁਰੇ ਘਰ ਲਈ ਨਿਕਲ ਗਈ। ਸਹੁਰੇ ਘਰ ਪਹੁੰਚਦੇ ਹੀ ਸਾਰੇ ਲੋਕਾਂ ਨੇ ਰਸਮ ਪੂਰੀ ਕੀਤੀ ਤੇ ਮੈਨੂੰ ਖਾਣਾ ਖਵਾਇਆ। ਇੰਨੀ ਸੁੰਦਰ ਨੂੰਹ ਪਾ ਕੇ ਮੇਰੇ ਸੱਸ ਸਹੁਰਾ ਬਹੁਤ ਹੀ ਜ਼ਿਆਦਾ ਖੁਸ਼ ਹਨ। ਜੋ ਲੋਕ ਵੀ ਆਏ ਹੋਏ ਸੀ, ਸਾਰੇ ਲੋਕ ਮੇਰੀ ਹੀ ਚਰਚਾ ਕਰ ਰਹੇ ਸੀ, ਪਰ ਉਹਨਾਂ ਲੋਕਾਂ ਦੀਆਂ ਤਾਰੀਫਾਂ ਦਾ ਮੇਰੇ 'ਤੇ ਕੋਈ ਅਸਰ ਨਹੀਂ ਪੈ ਰਿਹਾ ਸੀ, ਜੋ ਮੇਰੀ ਚਿੰਤਾ ਦੂਰ ਕਰਦੇ। ਹੁਣ ਰਾਤ ਹੋ ਚੁੱਕੀ ਸੀ। ਫੁੱਲਾਂ ਨਾਲ ਸਜੇ ਤੇ ਖੁਸ਼ਬੂ ਨਾਲ ਭਰੇ ਕਮਰੇ ਵਿੱਚ ਮੈਨੂੰ ਲੈ ਜਾਇਆ ਗਿਆ ਤੇ ਮੇਰਾ ਘੁੰਡ ਚੁੱਕ ਕੇ ਬਿਠਾ ਦਿੱਤਾ। ਫਿਰ ਕੁਝ ਦੇਰ ਬਾਅਦ ਮੇਰੇ ਸਭ ਤੋਂ ਵੱਡੇ ਪਤੀ ਆਏ। ਉਹਨਾਂ ਨੇ ਮੇਰੇ ਨਾਲ ਸੁਹਾਗ ਰਾਤ ਮਨਾਈ ਤੇ ਚਲੇ ਗਏ। ਮੈਂ ਦਰਦ ਨਾਲ ਚੀਕ ਰਹੀ ਸੀ, ਪਰ ਫਿਰ ਵੀ ਮੈਂ ਖੁਦ ਨੂੰ ਸੰਭਾਲਿਆ ਤੇ ਆਪਣੇ ਕੱਪੜੇ ਸਹੀ ਕੀਤੇ ਤੇ ਫਿਰ ਬੈੱਡ 'ਤੇ ਬੈਠ ਗਈ। ਫਿਰ ਮੇਰਾ ਦੂਜਾ ਪਤੀ ਕਮਰੇ ਵਿੱਚ ਆਇਆ ਤੇ ਉਸਨੇ ਵੀ ਮੇਰੇ ਨਾਲ ਉਹੀ ਕੀਤਾ। ਇੱਦਾਂ ਕਰਦੇ ਕਰਦੇ ਮੇਰੇ 4 ਪਤੀਆਂ ਨੇ ਮੇਰੇ ਨਾਲ ਸੁਹਾਗ ਰਾਤ ਮਨਾਈ। ਸਵੇਰੇ ਫਿਰ ਉਠਾ ਕੇ ਮੈਨੂੰ ਘਰ ਦੇ ਕੰਮਾਂ 'ਤੇ ਲਗਾ ਦਿੱਤਾ। ਦਰਦ ਦੇ ਕਾਰਨ ਮੇਰੇ ਤੋਂ ਠੀਕ ਢੰਗ ਨਾਲ ਕੰਮ ਵੀ ਨਹੀਂ ਕੀਤਾ ਜਾ ਰਿਹਾ ਸੀ, ਪਰ ਮੈਂ ਆਖਿਰਕਾਰ ਕਰ ਵੀ ਕੀ ਸਕਦੀ ਸੀ। ਇੱਦਾਂ ਰੋਜ਼-ਰੋਜ਼ ਹੁੰਦਾ ਰਿਹਾ। ਰਾਤ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਉਹ ਮੇਰੇ ਨਾਲ ਗਲਤ ਵਿਵਹਾਰ ਕਰਦੇ ਸੀ ਤੇ ਦਿਨ ਵੇਲੇ ਘਰ ਦਾ ਕੰਮ ਮੇਰੀ ਹਾਲਤ ਖਰਾਬ ਕਰ ਦਿੰਦਾ। ਫਿਰ ਇੱਕ ਦਿਨ ਮੈਨੂੰ ਆਪਣੇ ਮਾਤਾ-ਪਿਤਾ ਨਾਲ ਮਿਲਵਾਉਣ ਲਈ ਮੇਰੇ ਪੇਕੇ ਘਰ ਲੈ ਜਾਇਆ ਗਿਆ। ਉੱਥੇ ਜਾ ਕੇ ਮੈਂ ਸਾਰੇ ਲੋਕਾਂ ਨਾਲ ਮਿਲ ਕੇ ਬਹੁਤ ਚੰਗਾ ਮਹਿਸੂਸ ਕਰਨ ਲੱਗੀ, ਪਰ ਮੈਂ ਆਪਣੀ ਭਾਬੀ ਨੂੰ ਸਭ ਕੁਝ ਦੱਸਿਆ ਤਾਂ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਮੈਂ ਤੇਰੇ ਭਰਾਵਾਂ ਨਾਲ ਇਸ ਬਾਰੇ ਗੱਲ ਕਰਾਂਗੀ। ਉਦੋਂ ਮੇਰਾ ਵਾਪਸ ਜਾਣ ਦਾ ਸਮਾਂ ਹੋ ਗਿਆ ਤੇ ਮੈਂ ਆਪਣੇ ਸਹੁਰੇ ਘਰ ਚਲੀ ਆਈ। ਉੱਧਰ ਮੇਰੀ ਭਾਬੀ ਨੇ ਭਰਾਵਾਂ ਨਾਲ ਗੱਲ ਕਰਕੇ ਮੇਰੀ ਸੱਸ ਨੂੰ ਬੋਲਿਆ ਕਿ ਸਾਡੀ ਨੀਲਮ ਬਹੁਤ ਕਮਜ਼ੋਰ ਹੈ। ਉਹ ਇਕੱਠੇ 4 ਲੋਕਾਂ ਨਾਲ ਸੰਬੰਧ ਬਣਾਉਣ ਲਈ ਹਜੇ ਤਿਆਰ ਨਹੀਂ ਹੈ, ਤਾਂ ਤੁਸੀਂ ਥੋੜ੍ਹੀ ਦਇਆ ਕਰੋ ਉਸ 'ਤੇ। ਫਿਰ ਮੇਰੀ ਸੱਸ ਨੇ ਮੇਰੇ 4 ਪਤੀਆਂ ਦੇ ਦਿਨ ਬੰਨ੍ਹ ਦਿੱਤੇ ਕਿ ਇੱਕ ਪਤੀ ਇੱਕ ਰਾਤ ਨੂੰ ਹੀ ਮੇਰੇ ਨਾਲ ਰਹਿ ਸਕਦਾ ਹੈ ਤੇ ਇਸ ਤਰ੍ਹਾਂ ਹਰ ਪਤੀ ਨੂੰ ਇੱਕ ਹਫ਼ਤੇ ਵਿੱਚ ਇੱਕ ਵਾਰ ਮੇਰੇ ਕੋਲ ਆਉਣ ਦੀ ਵਾਰੀ ਆਉਂਦੀ ਸੀ। ਹੁਣ ਮੈਂ ਕੁਝ ਠੀਕ ਹੋਣ ਲੱਗੀ ਸੀ, ਕਿਉਂਕਿ ਹੁਣ ਰੋਜ਼ਾਨਾ ਸਿਰਫ ਇੱਕ ਹੀ ਪਤੀ ਮੇਰੇ ਨਾਲ ਸੰਬੰਧ ਬਣਾਉਂਦਾ ਸੀ, ਪਰ ਮੇਰੇ ਸਭ ਤੋਂ ਛੋਟੇ ਪਤੀ ਬਾਕੀ ਸਭ ਤੋਂ ਅਲੱਗ ਸੀ। ਉਹ ਮੈਨੂੰ ਸਮਝਦੇ ਸੀ, ਮੇਰੇ ਮੂਡ ਦਾ ਵੀ ਧਿਆਨ ਰੱਖਦੇ ਸੀ ਤੇ ਮੇਰੀ ਹਰ ਤਕਲੀਫ ਨੂੰ ਵੀ ਸਮਝਦੇ ਸੀ। ਜਦੋਂ ਕਦੇ ਮੇਰੀ ਤਬੀਅਤ ਠੀਕ ਨਾ ਹੁੰਦੀ ਤਾਂ ਉਹ ਮੇਰਾ ਖਿਆਲ ਰੱਖਦੇ ਸੀ। ਮੈਂ ਵੀ ਉਹਨਾਂ ਨੂੰ ਜ਼ਿਆਦਾ ਪਿਆਰ ਕਰਦੀ ਸੀ, ਕਿਉਂਕਿ ਸਿਰਫ ਉਹੀ ਸੀ ਜੋ ਮੈਨੂੰ ਆਪਣਾ ਮੰਨਦੇ ਸੀ। ਹੁਣ ਹੌਲੀ-ਹੌਲੀ ਅਸੀਂ ਦੋਵੇਂ ਇੱਕ ਦੂਜੇ ਦੇ ਸੁਪਨੇ ਦੇਖਣ ਲੱਗੇ ਸੀ। ਮੇਰੇ ਸਭ ਤੋਂ ਛੋਟੇ ਪਤੀ ਨੂੰ ਹੁਣ ਬਿਲਕੁਲ ਪਸੰਦ ਨਹੀਂ ਹੁੰਦਾ ਕਿ ਉਹਨਾਂ ਦੇ ਵੱਡੇ ਭਰਾ ਮੈਨੂੰ ਛੂਹਣ, ਪਰ ਉਹਨਾਂ ਦੀ ਤੇ ਮੇਰੀ ਇੱਕ ਨਾ ਚੱਲਦੀ। ਆਖਿਰ ਮੈਂ ਉਹਨਾਂ ਦੀ ਵੀ ਪਤਨੀ ਸੀ। ਇੱਕ ਦਿਨ ਮੇਰੇ ਸਭ ਤੋਂ ਵੱਡੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਰਿਸ਼ੀ ਮਤਲਬ ਮੇਰੇ ਸਭ ਤੋਂ ਛੋਟੇ ਪਤੀ ਨੂੰ ਇੰਨਾ ਪਿਆਰ ਕਿਉਂ ਦਿੰਦੀ ਆ? ਆਖਰ ਅਸੀਂ ਵੀ ਤਾਂ ਤੇਰੇ ਪਤੀ ਹਾਂ, ਸਾਨੂੰ ਤਾਂ ਤੂੰ ਇਸ ਤਰ੍ਹਾਂ ਨਾਲ ਪਿਆਰ ਨਹੀਂ ਕਰਦੀ। ਮੈਂ ਉਹਨਾਂ ਨੂੰ ਕੁਝ ਨਹੀਂ ਬੋਲ ਪਾਈ। ਫਿਰ ਉਹਨਾਂ ਨੇ ਗੁੱਸੇ ਨਾਲ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਮੇਰੇ ਨਾਲ ਗਲਤ ਵਿਹਾਰ ਕੀਤਾ। ਮੈਂ ਦਰਦ ਨਾਲ ਚੀਕਦੀ ਰਹੀ, ਪਰ ਉਹਨਾਂ ਨੂੰ ਮੇਰੇ 'ਤੇ ਬਿਲਕੁਲ ਵੀ ਤਰਸ ਨਹੀਂ ਆਇਆ।
ਇਸ ਤਰ੍ਹਾਂ ਨਾਲ ਉਹਨਾਂ ਦੀ ਤਰ੍ਹਾਂ ਮੇਰੇ ਬਾਕੀ ਪਤੀਆਂ ਨੂੰ ਵੀ ਮੇਰਾ ਰਿਸ਼ੀ ਦੇ ਨਾਲ ਪਿਆਰ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਸੀ। ਉਹ ਵੀ ਮੈਨੂੰ ਮਾਰਪੀਟ ਦਾ ਸ਼ਿਕਾਰ ਬਣਾਉਣ ਲੱਗੇ। ਰਿਸ਼ੀ ਨੂੰ ਇਹ ਸਭ ਬਿਲਕੁਲ ਪਸੰਦ ਨਹੀਂ ਆ ਰਿਹਾ ਸੀ, ਪਰ ਉਹ ਵਿਚਾਰਾ ਕੀ ਕਰਦਾ। ਇੱਕ ਦਿਨ ਮੇਰੇ ਪੇਕੇ ਤੋਂ ਸੁਨੇਹਾ ਆਇਆ ਕਿ ਮੇਰੇ ਭਤੀਜਾ ਹੋਇਆ ਹੈ, ਤਾਂ ਮੈਨੂੰ ਉੱਥੇ ਬੁਲਾਇਆ ਗਿਆ। ਮੇਰੀ ਸੱਸ ਤੇ ਸਹੁਰੇ ਨੇ ਮੈਨੂੰ ਕਿਹਾ ਕਿ ਕੱਲ੍ਹ ਤੂੰ ਆਪਣੇ ਪੇਕੇ ਚਲੀ ਜਾਣਾ, ਤੈਨੂੰ ਰਿਸ਼ੀ ਛੱਡ ਆਵੇਗਾ ਤੇ 2-3 ਦਿਨ ਬਾਅਦ ਵਾਪਸ ਲੈ ਆਵੇਗਾ। ਮੈਂ ਖੁਸ਼ ਹੋਈ, ਕਿਉਂਕਿ ਘੱਟੋ ਘੱਟ 2 ਦਿਨ ਤਾਂ ਮੈਂ ਇਹਨਾਂ ਸ਼ੈਤਾਨਾਂ ਤੋਂ ਛੁਟਕਾਰਾ ਪਾਊਂਗੀ। ਉਸ ਰਾਤ ਰਿਸ਼ੀ ਦੀ ਵਾਰੀ ਸੀ ਮੇਰੇ ਕਮਰੇ ਵਿੱਚ ਆਉਣ ਦੀ। ਰਾਤ ਹੁੰਦੇ ਹੀ ਰਿਸ਼ੀ ਮੇਰੇ ਕਮਰੇ ਵਿੱਚ ਆਇਆ। ਮੈਂ ਉਹਨਾਂ ਨੂੰ ਦੇਖ ਕੇ ਕੱਪੜੇ ਉਤਾਰਨ ਲੱਗੀ। ਉਦੋਂ ਰਿਸ਼ੀ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਆਰਾਮ ਨਾਲ ਬਿਠਾਇਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਦੋਂ ਰਿਸ਼ੀ ਕਹਿਣ ਲੱਗਿਆ ਕਿ ਦੇਖ ਨੀਲਮ, ਮੇਰੇ ਤੋਂ ਤੇਰੀ ਇਹ ਤਕਲੀਫ ਨਹੀਂ ਦੇਖੀ ਜਾਂਦੀ ਤੇ ਤੈਨੂੰ ਕੋਈ ਹੋਰ ਛੂਹੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਉਦੋਂ ਮੈਂ ਕਿਹਾ ਕਿ ਹੁਣ ਅਸੀਂ ਕਰ ਵੀ ਕੀ ਸਕਦੇ ਹਾਂ, ਤੇ ਸੱਚ ਕਹਾਂ ਤਾਂ ਮੈਂ ਵੀ ਤੁਹਾਡੇ ਨਾਲ ਹੀ ਰਹਿਣਾ ਚਾਹੁੰਦੀ ਹਾਂ, ਕਿਉਂਕਿ ਮੈਂ ਵੀ ਹਮੇਸ਼ਾ ਤੋਂ ਸਿਰਫ ਇੱਕ ਹੀ ਪਤੀ ਦਾ ਸੁਪਨਾ ਦੇਖਿਆ ਹੈ ਕਿ ਇਸ ਸਮਾਜ ਦੀ ਪ੍ਰਥਾ ਨੇ ਮੈਨੂੰ ਆਪਣੇ ਸੁਪਨਿਆਂ ਤੋਂ ਹੀ ਅਲੱਗ ਕਰ ਦਿੱਤਾ ਹੈ। ਉਸ ਸਮੇਂ ਰਿਸ਼ੀ ਨੇ ਮੈਨੂੰ ਕਿਹਾ ਕਿ ਹੁਣ ਅਸੀਂ ਐਵੇਂ ਨਹੀਂ ਰਹਾਂਗੇ। ਕੱਲ੍ਹ ਮੈਂ ਤੈਨੂੰ ਤੇਰੇ ਪੇਕੇ ਛੱਡ ਆਵਾਂਗਾ ਤੇ ਵਾਪਸ ਆ ਕੇ ਘਰ ਵਿੱਚੋਂ ਪੈਸੇ ਤੇ ਗਹਿਣੇ ਚੁਰਾ ਲਵਾਂਗਾ। ਫਿਰ 2 ਦਿਨ ਬਾਅਦ ਜਦੋਂ ਮੈਂ ਤੈਨੂੰ ਲੈ ਆਊਂਗਾ ਤਾਂ ਅਸੀਂ ਲੋਕ ਇੱਥੋਂ ਕਿਤੇ ਦੂਰ ਚਲੇ ਜਾਵਾਂਗੇ, ਆਪਣੀ ਅਲੱਗ ਦੁਨੀਆ ਵਿੱਚ। ਇਹਨਾਂ ਸਭ ਤੋਂ ਦੂਰ ਰਿਸ਼ੀ ਦੀਆਂ ਇਹਨਾਂ ਗੱਲਾਂ ਨਾਲ ਮੈਨੂੰ ਬਹੁਤ ਸਕੂਨ ਮਿਲਿਆ। ਹੁਣ ਮੈਨੂੰ ਇੱਕੋ ਉਮੀਦ ਚਾਹੀਦੀ ਸੀ, ਸ਼ਾਇਦ ਹੁਣ ਮੈਨੂੰ ਇੰਨੇ ਅਤਿਆਚਾਰ ਨਹੀਂ ਸਹਿਣੇ ਪੈਣਗੇ। ਦੂਜੇ ਦਿਨ ਮੈਂ ਆਪਣੇ ਕੱਪੜੇ ਪਾ ਕੇ ਪੇਕੇ ਲਈ ਰਿਸ਼ੀ ਦੇ ਨਾਲ ਨਿਕਲ ਗਈ। ਉਦੋਂ ਰਿਸ਼ੀ ਦੇ ਕਿਸੇ ਦੋਸਤ ਦੀ ਦੁਰਘਟਨਾ ਹੋ ਗਈ ਤੇ ਰਿਸ਼ੀ ਨੂੰ ਉਸੇ ਸਮੇਂ ਉੱਥੋਂ ਜਾਣਾ ਪਿਆ। ਉਸ ਸਮੇਂ ਰਿਸ਼ੀ ਨੇ ਮੈਨੂੰ ਮੇਰੇ ਪੇਕੇ ਜਾਣ ਵਾਲੀ ਬੱਸ 'ਤੇ ਬਿਠਾ ਦਿੱਤਾ ਤੇ ਖੁਦ ਆਪਣੇ ਦੋਸਤ ਦੇ ਕੋਲ ਚਲੇ ਗਏ। ਸਭ ਕੁਝ ਪਲਾਨ ਦੇ ਮੁਤਾਬਿਕ ਹੋ ਰਿਹਾ ਸੀ। ਸ਼ਾਮ ਦਾ ਸਮਾਂ ਹੋਇਆ। ਮੇਰੇ ਸਹੁਰੇ ਕੋਲ ਮੇਰੇ ਪਿਤਾ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਕੀ ਹੋਇਆ ਜੀ, ਤੁਸੀਂ ਅੱਜ ਨੀਲਮ ਨੂੰ ਭੇਜਿਆ ਕਿਉਂ ਨਹੀਂ? ਉਦੋਂ ਮੇਰੇ ਸਹੁਰੇ ਨੇ ਕਿਹਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ, ਨੀਲਮ ਨੂੰ ਤਾਂ ਸਵੇਰੇ ਹੀ ਬੱਸ ਵਿੱਚ ਬਿਠਾ ਦਿੱਤਾ ਸੀ। ਫਿਰ ਰਿਸ਼ੀ ਦੇ ਆਉਣ ਤੋਂ ਬਾਅਦ ਮੇਰੇ ਸਹੁਰੇ ਨੇ ਰਿਸ਼ੀ ਨੂੰ ਕਿਹਾ ਕਿ ਨੀਲਮ ਹੁਣ ਤੱਕ ਆਪਣੇ ਘਰ ਨਹੀਂ ਪਹੁੰਚੀ, ਕੀ ਤੂੰ ਉਸ ਨੂੰ ਸਹੀ ਬੱਸ ਵਿੱਚ ਨਹੀਂ ਬਿਠਾਇਆ ਸੀ? ਉਦੋਂ ਰਿਸ਼ੀ ਨੇ ਕਿਹਾ ਕਿ ਨਹੀਂ, ਮੈਂ ਤਾਂ ਉਸ ਨੂੰ ਚੰਗੀ ਤਰ੍ਹਾਂ ਬਿਠਾ ਕੇ ਆਇਆ ਸੀ। ਹੁਣ ਰਿਸ਼ੀ ਵੀ ਬਹੁਤ ਘਬਰਾ ਗਿਆ ਕਿ ਆਖਿਰ ਨੀਲਮ ਗਈ ਕਿੱਥੇ। ਮੇਰੇ ਪੇਕੇ ਵਾਲੇ ਵੀ ਆ ਗਏ ਸੀ। ਦੂਜਾ ਦਿਨ ਹੋ ਗਿਆ ਸੀ, ਪਰ ਹੁਣ ਤੱਕ ਮੇਰੇ ਬਾਰੇ ਵਿੱਚ ਕੋਈ ਵੀ ਖਬਰ ਨਹੀਂ ਆਈ ਸੀ। ਸਭ ਤੋਂ ਜ਼ਿਆਦਾ ਰਿਸ਼ੀ ਦੁਖੀ ਸੀ ਕਿ ਆਖਿਰ ਮੈਂ ਕਿੱਥੇ ਗਈ। 2 ਦਿਨ ਬਾਅਦ ਉਹ ਮੇਰੇ ਨਾਲ ਆਪਣੀ ਦੁਨੀਆ ਵਸਾਉਣ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਹੋ ਗਈ। ਮੇਰੀ ਕੋਈ ਖਬਰ ਨਾ ਲੱਗਣ 'ਤੇ ਸਾਰੇ ਲੋਕਾਂ ਨੇ ਪੁਲਿਸ ਨੂੰ ਖਬਰ ਦੇਣ ਦੀ ਸੋਚੀ ਤੇ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਆਪਣੀ ਛਾਣਬੀਣ ਵਿੱਚ ਲੱਗ ਗਈ। ਉਦੋਂ ਮੇਰੀ ਬੋਡੀ ਉਹਨਾਂ ਨੂੰ ਸੜਕ ਦੇ ਦੂਜੇ ਕਿਨਾਰੇ 'ਤੇ ਮਿਲੀ। ਪੱਥਰ ਨਾਲ ਹਮਲਾ ਕੀਤਾ ਹੋਇਆ ਸੀ, ਜਿਸ ਦੀ ਵਜ੍ਹਾ ਨਾਲ ਮੇਰਾ ਪੂਰਾ ਸਰੀਰ ਕੁਚਲਿਆ ਹੋਇਆ ਸੀ। ਸਾਰੇ ਲੋਕਾਂ ਨੇ ਮੇਰੀ ਲਾਸ਼ ਤੇ ਮੇਰੇ ਕੱਪੜਿਆਂ ਦੇ ਹੱਥ 'ਤੇ ਬਣੇ ਟੈਟੂ ਤੋਂ ਪਹਿਚਾਣ ਲਈ ਸੀ। ਮੇਰਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹੁਣ ਸਵਾਲ ਸੀ ਕਿ ਆਖਿਰ ਮੈਨੂੰ ਮਾਰਿਆ ਕਿਸ ਨੇ। ਜਦੋਂ ਮੈਂ ਗਈ ਸੀ ਤਾਂ ਉਸ ਦੇ ਗਲੇ ਵਿੱਚ ਕਈ ਤਰ੍ਹਾਂ ਦੇ ਗਹਿਣੇ ਪਾਏ ਹੋਏ ਸੀ ਜੋ ਲਾਸ਼ ਤੋਂ ਨਹੀਂ ਮਿਲੇ। ਸਾਰੇ ਲੋਕਾਂ ਨੇ ਇਸ ਨੂੰ ਲੁੱਟ ਕੇ ਮਾਰਨ ਦਾ ਇਰਾਦਾ ਸਮਝ ਲਿਆ। ਕੁਝ ਦਿਨ ਤੱਕ ਪੁਲਿਸ ਨੇ ਛਾਣਬੀਣ ਕੀਤੀ, ਪਰ ਅਪਰਾਧੀ ਨਹੀਂ ਮਿਲਿਆ। ਫਿਰ ਬਾਅਦ ਵਿੱਚ ਇਸ ਘਟਨਾ ਨੂੰ ਭੁਲਾ ਦਿੱਤਾ ਗਿਆ। ਸਾਰੇ ਲੋਕ ਵੀ ਭੁੱਲ ਚੁੱਕੇ ਸੀ, ਪਰ ਮੈਨੂੰ ਭੁੱਲਣਾ ਰਿਸ਼ੀ ਲਈ ਮੁਸ਼ਕਲ ਸੀ। ਉਹ ਮੇਰੀ ਯਾਦ ਵਿੱਚ ਦਿਨ ਰਾਤ ਰੋਂਦਾ ਰਹਿੰਦਾ ਸੀ। ਇੱਕ ਰਾਤ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ। ਉਸੇ ਸਮੇਂ ਉਸ ਨੂੰ ਖਟ-ਖਟ ਦੀ ਆਵਾਜ਼ ਸੁਣਾਈ ਦਿੱਤੀ। ਰਿਸ਼ੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਘਰ ਦੇ ਪਿੱਛੇ ਵੱਲ ਗਿਆ, ਜਿੱਥੇ ਤੋਂ ਆਵਾਜ਼ ਆ ਰਹੀ ਸੀ। ਫਿਰ ਉਸ ਨੇ ਦੇਖਿਆ ਕਿ ਮੇਰਾ ਸਹੁਰਾ ਜ਼ਮੀਨ ਨੂੰ ਖੋਦ ਕੇ ਜ਼ਮੀਨ ਵਿੱਚੋਂ ਕੁਝ ਕੱਢ ਰਿਹਾ ਸੀ। ਫਿਰ ਉਹਨਾਂ ਨੇ ਜ਼ਮੀਨ ਵਿੱਚੋਂ ਇੱਕ ਲਾਲ ਰੰਗ ਦੀ ਪੋਟਲੀ ਕੱਢੀ ਤੇ ਉਸ ਵਿੱਚੋਂ ਕੁਝ ਗਹਿਣੇ ਕੱਢੇ। ਰਿਸ਼ੀ ਇਹ ਦੇਖ ਕੇ ਘਬਰਾ ਗਿਆ। ਜਦੋਂ ਉਸਨੇ ਵੇਖਿਆ ਕਿ ਇਹ ਤਾਂ ਗਹਿਣੇ ਉਹੀ ਸੀ ਜੋ ਮੈਂ ਪਹਿਨ ਕੇ ਘਰ ਤੋਂ ਗਈ ਸੀ। ਰਿਸ਼ੀ ਨੂੰ ਸਾਰਾ ਮਾਜਰਾ ਸਮਝ ਆ ਗਿਆ ਸੀ, ਪਰ ਉਹ ਇਹ ਸੋਚ ਕੇ ਦੁਖੀ ਵੀ ਹੋ ਰਿਹਾ ਸੀ ਕਿ ਉਸ ਦੇ ਪਿਤਾ ਜੀ ਇੱਦਾਂ ਕਿਵੇਂ ਕਰ ਸਕਦੇ ਹਨ।
ਰਿਸ਼ੀ ਨੇ ਦੂਜੇ ਦਿਨ ਪੁਲਿਸ ਨੂੰ ਬੁਲਾਇਆ ਤੇ ਸਾਰੀ ਗੱਲ ਦੱਸ ਦਿੱਤੀ। ਮੇਰਾ ਸਹੁਰਾ ਰਿਸ਼ੀ ਨੂੰ ਗੁੱਸੇ ਨਾਲ ਦੇਖ ਰਿਹਾ ਸੀ, ਪਰ ਫਿਰ ਪੁਲਿਸ ਦੇ ਡਰ ਨਾਲ ਉਹਨਾਂ ਨੇ ਸਭ ਕੁਝ ਉਗਲ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਰਿਸ਼ੀ ਤੇ ਨੀਲਮ ਦੀ ਸਾਰੀ ਗੱਲ ਸੁਣ ਲਈ ਸੀ ਕਿ ਇਹ ਲੋਕ 2 ਦਿਨਾਂ ਬਾਅਦ ਭੱਜ ਜਾਣਗੇ। ਉਦੋਂ ਮੇਰੇ ਚਾਰੇ ਮੁੰਡਿਆਂ ਦਾ ਕੀ ਹੋਵੇਗਾ ਤੇ ਸਾਡੀ ਬਰਾਦਰੀ ਵਿੱਚ ਕੀ ਇੱਜ਼ਤ ਰਹਿ ਜਾਵੇਗੀ। ਇਸ ਡਰ ਨਾਲ ਮੈਂ ਨੀਲਮ ਦਾ ਪਿੱਛਾ ਕਰਨ ਲੱਗਿਆ ਤੇ ਕੁਝ ਮੇਰੇ ਗੁੰਡੇ ਆਦਮੀਆਂ ਦੀ ਮਦਦ ਨਾਲ ਮੈਂ ਨੀਲਮ ਨੂੰ ਮਰਵਾ ਦਿੱਤਾ ਤਾਂ ਕਿ ਉਹ ਰਿਸ਼ੀ ਦੇ ਨਾਲ ਭੱਜ ਨਾ ਪਾਵੇ। ਤੇ ਮੈਂ ਗਹਿਣੇ ਕੱਢ ਲਏ ਤਾਂ ਕਿ ਲੋਕਾਂ ਨੂੰ ਲੁੱਟ ਦਾ ਮਾਮਲਾ ਲੱਗੇ ਤੇ ਸਾਡੇ ਗਹਿਣੇ ਵੀ ਬਚ ਜਾਣ। ਪੁਲਿਸ ਹੁਣ ਮੇਰੇ ਸਹੁਰੇ ਨੂੰ ਗ੍ਰਿਫਤਾਰ ਕਰ ਚੁੱਕੀ ਸੀ। ਰਿਸ਼ੀ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ। ਇਹ ਕਿਵੇਂ ਦੀ ਪ੍ਰਥਾ ਹੈ ਜਿਸ ਦੀ ਵਜ੍ਹਾ ਨਾਲ ਕੁੜੀਆਂ ਨੂੰ ਇੰਨੀ ਤਕਲੀਫ ਸਹਿਣੀ ਪੈਂਦੀ ਹੈ ਤੇ ਜੇ ਉਹ ਖੁੱਲ੍ਹ ਕੇ ਜੀਣਾ ਚਾਹੁਣ ਤਾਂ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ ਹੈ। ਰਿਸ਼ੀ ਹੁਣ ਆਪਣੀ ਪੂਰੀ ਜ਼ਿੰਦਗੀ ਮੇਰੀਆਂ ਯਾਦਾਂ ਨੂੰ ਸਮਰਪਿਤ ਕਰ ਚੁੱਕਿਆ ਸੀ। ਹੁਣ ਤੁਸੀਂ ਹੀ ਦੱਸੋ ਦੋਸਤੋ ਕਿ ਨੀਲਮ ਦਾ ਕੀ ਕਸੂਰ ਸੀ? ਉਸ ਦਾ ਅਸਲ ਕਾਤਿਲ ਕੌਣ ਸੀ? ਉਸ ਦਾ ਸਹੁਰਾ ਜਾਂ ਸਾਡਾ ਇਹ ਸਮਾਜ ਜਾਂ ਫਿਰ ਇਹ ਸਾਡੇ ਪੁਰਾਣੇ ਖੋਖਲੇ ਰੀਤੀ ਰਿਵਾਜ? ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।